ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਅੰਮ੍ਰਿਤ ਛੋੜ ਵਿਖਿਆਲੋ ਭਾਣੇ, ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵਹਿ ਬੂਝੈ ਨਾਹੀ, ਅਨਦਿਨ ਦੁਖ ਵਿਹਾਣੀ। ਅੰਮ੍ਰਿਤ ਛੋੜ ਵਿਖਿਆਲੋ ਭਾਣੇ, ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵੇ ਬੂਝੈ ਨਾਹੀ, ਅਨਦਿਨ ਦੁਖ ਬਿਹਾਣੀ। ਮਨ ਮੁਖ ਅੰਦਨ ਚੇਤਈ, ਡੂਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰਿ ਸ਼ਰਨਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਬਿਸਰ ਨ ਜਾਈ। ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਬਿਸਰ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਪਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਸ਼ਬਦ ਦਾ ਪਾਠ ਸਰਪਣ ਕੀਤਾ ਜੀ। ਇਹਨਾਂ ਪਵਿੱਤਰ ਸ਼ਬਦਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਆਓ ਆਰੰਭ ਕਰਕੇ ਸਰਪਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਅੰਮ੍ਰਿਤ ਛੋੜ ਵਿਖਿਆਲੋ ਭਾਣੇ, ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵਹਿ ਬੂਝੈ ਨਾਹੀ, ਅਨਦਿਨ ਦੁਖ ਬਿਹਾਣੀ। ਮਨ ਮੁਖ ਅੰਦਨ ਚੇਤਈ, ਡੂਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰਿ ਸ਼ਰਨਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨ ਜਾਈ। ਰਹਾਉ ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨ ਜਾਈ। ਰਹਾਉ ਵਾਹਿਗੁਰੂ। ਰਾਗ ਸ੍ਰੀ ਰਾਗ ਮਹਲਾ ਤੀਜਾ, ਮਤਲਬ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ
ਅਮਰਦਾਸ ਮਹਾਰਾਜ ਜੀ ਦਾ ਇਹ ਪਵਿੱਤਰ ਬਚਨ ਜੋ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 31 ਉੱਪਰ ਸੁਭਾਇਮਾਨ ਹੈ। ਨਿਮਾਣਿਆਂ ਦੇ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਨੁੱਖ ਦਾ ਸੁਭਾਅ, ਮਨੁੱਖ ਦੀ ਫਿਤਰਤ, ਮਨੁੱਖਤਾ ਦਾ ਹਾਲ ਕੈਸਾ ਹੈ ਕਿ ਇਹ ਮਨੁੱਖ ਜਿਹੜਾ ਹੈ ਆਪਣੀ ਅਸਲੀਅਤ ਨੂੰ ਭੁੱਲ ਚੁੱਕਿਆ ਹੈ। ਆਪਣੇ ਅੰਦਰੋਂ ਜੋ ਅੰਮ੍ਰਿਤ ਪ੍ਰਾਪਤ ਹੋ ਸਕਦਾ ਹੈ ਅਕਾਲ ਪੁਰਖ ਨੂੰ ਸਿਮਰ ਕੇ ਉਸ ਨੂੰ ਇਸ ਨੇ ਭੁਲਾ ਦਿੱਤਾ ਹੈ ਅਤੇ ਮਨੁੱਖਾਂ ਦੀ, ਪੱਥਰਾਂ ਦੀ ਪੂਜਾ ਵਿੱਚ ਲੱਗ ਗਿਆ। ਆਪਣੀ ਅਸਲੀਅਤ ਨੂੰ ਭੁੱਲ ਗਿਆ ਕਿ ਮੈਂ ਕੌਣ ਹਾਂ, ਕਿੱਥੋਂ ਆਇਆ, ਕੀ ਲੈਣ ਆਇਆ, ਮੇਰਾ ਪਿਛੋਕੜ ਕੀ ਹੈ, ਮੇਰਾ ਮਾਲਕ ਕੌਣ ਹੈ। ਇਸ ਗੱਲ ਨੂੰ ਭੁਲਾ ਕਰਕੇ ਮਨੁੱਖ ਨੇ, ਗੁਰੂ ਪਿਆਰਿਓ, ਮਨੁੱਖਾਂ ਦੀਆਂ ਬਣਾਈਆਂ ਮੂਰਤੀਆਂ ਨੂੰ ਪੂਜਣਾ ਸ਼ੁਰੂ ਕੀਤਾ। ਇੱਕ ਮੂਰਤੀ ਘਾੜਾ ਵੀ ਇਸ ਗੱਲ ਤੇ ਬੜਾ ਹੱਸਦਾ ਹੈ। ਪਰਮੇਸ਼ਰ ਨੂੰ ਕਹਿੰਦਾ ਕਿ ਵੇਖ ਪਰਮੇਸ਼ਰ, ਤੇਰੀਆਂ ਬਣਾਈਆਂ ਹੋਈਆਂ ਚਲਦੀਆਂ ਫਿਰਦੀਆਂ ਮੂਰਤਾਂ ਭਾਵ ਸਰੀਰ, ਮਨੁੱਖਤਾ ਕਿਤਨੀ ਮੂਰਖ ਹੈ ਕਿ ਖੁਦ ਸਭ ਕੁਝ ਸਮਰੱਥ ਕਰ ਸਕਦਾ ਹੈ, ਪਰ ਮੇਰੀਆਂ ਬਣਾਈਆਂ ਨਿਰਜੀਵ ਜਿਨ੍ਹਾਂ ਵਿੱਚ ਜਾਨ ਵੀ ਨਹੀਂ ਹੈ, ਪੱਥਰ ਦੀਆਂ ਘੜੀਆਂ ਮੂਰਤਾਂ ਅੱਗੇ ਮੱਥੇ ਟੇਕਦਾ ਫਿਰਦਾ। ਕਿੱਡਾ ਮੂਰਖ ਹੈ ਮਨੁੱਖ। ਮੂਰਤੀ ਘਾੜਾ ਪਰਮੇਸ਼ਰ ਨੂੰ ਇਹ ਦੱਸਦਾ ਹੈ ਕਿ ਵੇਖੋ ਇਹ ਮੂਰਖ ਮਨੁੱਖ ਜਿਉਂਦੇ ਮਨੁੱਖਾਂ ਦੀ, ਚਲਦੇ ਫਿਰਦੇ ਜੀਵ ਜੰਤੂਆਂ ਦੀ ਬੇਅਦਬੀ ਕਰਦਾ ਹੈ ਤੇ ਮਰਿਆਂ ਹੋਇਆਂ ਨੂੰ ਪੂਜਦਾ ਹੈ। ਉਹਨਾਂ ਦੀਆਂ ਕਬਰਾਂ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਦਾ, ਪਰ ਜਿਉਂਦਿਆਂ ਦਾ ਤਿਰਸਕਾਰ ਕਰਦਾ। ਜਿਵੇਂ ਭਗਤ ਲੋਕਾਂ ਨੂੰ, ਭਗਤ ਰਵਿਦਾਸ ਜੀ ਨੂੰ ਜਦੋਂ ਸਰੀਰ ਵਿੱਚ ਸਨ ਤੇ ਉਹਨਾਂ ਦਾ ਬੜਾ ਬੇਅਦਬੀ ਕੀਤੀ, ਤਿਰਸਕਾਰ ਕੀਤਾ, ਉਹਨਾਂ ਨੂੰ ਦੁੱਖ ਦਿੱਤੇ ਅਨੇਕਾਂ ਤਰ੍ਹਾਂ ਦੇ। ਇੱਥੋਂ ਤੱਕ ਕਿ ਰਵਿਦਾਸ ਭਗਤ ਜੀ ਨੂੰ ਉਹਨਾਂ ਲੋਕਾਂ ਨੇ ਸਾਜ਼ਿਸ਼ ਦੇ ਅਧੀਨ ਮਾਰ ਵੀ ਦਿੱਤਾ, ਸ਼ਹੀਦ ਕਰ ਦਿੱਤਾ, ਕਿਉਂਕਿ ਉਹਨਾਂ ਸਮਿਆਂ ਵਿੱਚ ਬ੍ਰਾਹਮਣਾਂ ਦਾ ਬੜਾ ਬੋਲਬਾਲਾ ਸੀ ਔਰ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਸਾਡੇ ਵਾਲਾ ਕੰਮ ਕਰੇ। ਭਾਵ ਜੋ ਪੂਜਾ ਅਰਚਨਾ, ਦਾਨ ਦਕਸ਼ਨਾ, ਸੰਸਾਰ ਨੂੰ ਚੇਲਾ ਬਣਾਉਣਾ, ਨਾਮ ਉਪਦੇਸ਼ ਦੇਣਾ, ਵੇਦਾਂ ਨੂੰ ਪੜ੍ਹਨਾ, ਇਹ ਕੰਮ ਸਾਡਾ ਹੀ ਰਾਖਮ ਹੈ, ਇਹਨੂੰ ਕੋਈ ਹੋਰ ਨਾ ਆਪਣੇ ਹੱਥ 'ਚ ਲੈ ਲਵੇ। ਇਸ ਕਰਕੇ ਉਹਨਾਂ ਲੋਕਾਂ ਨੇ ਸਮੇਂ-ਸਮੇਂ 'ਤੇ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਤਿਰਸਕਾਰ ਕੀਤਾ, ਜੇ ਉਹਨਾਂ ਨੇ ਕਿਤੇ ਪਰਮੇਸ਼ਰ ਦਾ ਨਾਮ ਜਪਣਾ ਤੇ ਉਹਨਾਂ ਲੋਕਾਂ ਨੇ ਉਹਨਾਂ ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ ਮਰਵਾ ਦੇਣਾ। ਜਿਵੇਂ ਸ਼ੰਭੂਕ ਨਾਮ ਦਾ ਇੱਕ ਰਿਸ਼ੀ ਹੋਇਆ, ਗਰੀਬ, ਜੰਗਲਾਂ 'ਚ ਰਹਿਣ ਵਾਲਾ, ਜਿਸ ਨੂੰ ਉਹਨਾਂ ਬ੍ਰਾਹਮਣਾਂ ਨੇ ਰਾਮਚੰਦਰ ਤੋਂ ਮਰਵਾਇਆ। ਤੋ ਇਸ ਕਰਕੇ ਗੁਰੂ ਪਿਆਰਿਓ, ਭਗਤ ਰਵਿਦਾਸ ਜੀ ਜੋ ਕਿ ਮੀਰਾਬਾਈ ਦੇ ਗੁਰੂ ਸਨ, ਜਿਸ ਦੇ ਕੋਲੋਂ ਮੀਰਾਬਾਈ ਨੇ ਨਾਮ ਉਪਦੇਸ਼ ਲਿਆ ਸੀ, ਉਸ ਭਗਤ ਰਵਿਦਾਸ ਜੀ ਦੀ ਚੜ੍ਹਦੀ ਕਲਾ ਦੇਖ ਕੇ, ਭਜਨ ਬੰਦਗੀ ਵਿੱਚ ਲੱਗਿਆ ਦੇਖ ਕੇ ਜਦੋਂ ਬ੍ਰਾਹਮਣਾਂ ਨੇ ਵੇਖਿਆ ਵੀ ਇਹ ਤਾਂ ਰਾਜ ਘਰਾਣੇ ਦੇ ਲੋਕਾਂ ਨੂੰ ਵੀ ਉਪਦੇਸ਼ ਦੇਣ ਲੱਗ ਪਿਆ ਤੇ ਉਹਨਾਂ ਨੂੰ ਆਪਣੀ ਪੈ ਗਈ। ਜਿਸ ਤਰ੍ਹਾਂ ਪਹਿਲਾਂ ਉਹਨਾਂ ਲੋਕਾਂ ਨੇ ਰਾਣੀ ਮੀਰਾਬਾਈ ਨੂੰ ਮਰਵਾਇਆ, ਰਾਜੇ ਨੂੰ ਚੱਕਣਾ, ਉਹਦੇ ਕੰਨ ਭਰਨੇ, ਬਈ ਰਾਜਾ ਸਾਹਿਬ ਤੇਰੀ ਰਾਣੀ ਜਿਹੜੀ ਹੈ ਦੇਖੋ ਚਮਿਆਰਾਂ ਦੇ ਪੈਰੀ ਪੈਂਦੀ ਫਿਰਦੀ ਹੈ, ਇਹ ਤਾਂ ਬਿਲਕੁਲ ਹੀ ਹੱਦ ਹੋ ਗਈ।
ਇਹ ਤਾਂ ਤੇਰੇ ਰਾਜ ਦੇ ਵਿੱਚ ਬਹੁਤ ਮਾੜਾ ਕੰਮ ਹੋ ਰਿਹਾ ਹੈ, ਕਾਲ ਪੈ ਸਕਦਾ। ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਕਰਮਕਾਂਡ ਭਰਮ ਬਣਾਏ ਹੋਏ ਸੰਸਾਰ ਨੂੰ ਭਟਕਾਉਣ ਵਾਸਤੇ। ਮੀਰਾ ਬਾਈ ਨੂੰ ਰੋਕਣਾ ਚਾਹੀਦਾ, ਉਹ ਰਵਿਦਾਸ ਦੀ ਭਗਤੀ ਨਾ ਕਰੇ, ਰਵਿਦਾਸ ਕੋਲ ਨਾ ਜਾਵੇ। ਤੋ ਰਾਜੇ ਦੇ ਸਾਹਮਣੇ ਗੁਰੂ ਪਿਆਰਿਓ ਉਹਨਾਂ ਦੁਸ਼ਟ ਲੋਕਾਂ ਨੇ ਮੀਰਾ ਬਾਈ ਨੂੰ ਇਹਨਾਂ ਨੀਵਾਂ ਵਿਖਾ ਦਿੱਤਾ ਕਿ ਰਾਜੇ ਨੇ ਉਸ ਨੂੰ ਮਾਰਨ ਦੇ ਲਈ 2-3 ਹਮਲੇ ਕੀਤੇ। ਪਹਿਲਾਂ ਉਸਨੇ ਸੋਨੇ ਦੇ ਡੱਬੇ ਵਿੱਚ, ਸੋਨੇ ਦੇ ਗਹਿਣੇ ਜਿਸ ਵਿੱਚ ਪਾਏ ਜਾਂਦੇ ਆ ਹਾਰ ਆਦਿ, ਉਹ ਡੱਬੇ ਦੇ ਵਿੱਚ ਇੱਕ ਭਿਆਨਕ ਸੱਪ ਬੰਦ ਕਰਕੇ ਭੇਜ ਦਿੱਤਾ। ਮੈਂ ਮੀਰਾ ਨੂੰ ਕਹਿ ਕੇ ਰਾਣੇ ਨੇ ਤੇਰੇ ਵਾਸਤੇ ਸੋਨੇ ਦਾ ਹਾਰ ਬਣਾਇਆ, ਇਹਨੂੰ ਪਹਿਨ ਲਾ। ਉਹ ਭਜਨ ਬੰਦਗੀ ਵਿੱਚ ਮਸਤ ਸੀ ਤੇ ਜਦੋਂ ਉਸਨੇ ਉਸੇ ਤਰ੍ਹਾਂ ਡੱਬਾ ਖੋਲ੍ਹਿਆ ਤੇ ਉਹ ਸੱਪ ਦਾ ਹਾਰ ਹੀ ਬਣ ਗਿਆ। ਭਾਵ ਉਹ ਸੱਪ ਨੇ ਰਾਣੀ ਮੀਰਾ ਬਾਈ ਨੂੰ ਕੁਛ ਨਹੀਂ ਕਿਹਾ, ਡੰਗ ਨਹੀਂ ਮਾਰਿਆ। ਦੁਬਾਰਾ ਉਸ ਨੇ ਫਿਰ ਇੱਕ ਪਿਆਲਾ ਭੇਜਿਆ ਜ਼ਹਿਰ ਦਾ ਭਰ ਕੇ, ਕਹਿੰਦੇ ਮੀਰਾ ਨੂੰ ਕਹੋ ਕਿ ਰਾਣੀ ਨੇ ਅੰਮ੍ਰਿਤ ਦੀ ਖੋਜ ਕੀਤੀ ਹੈ, ਤੂੰ ਵੀ ਪੀ ਲੈ। ਕਿ ਉਹ ਗਟ ਗਟ ਕਰਕੇ ਉਸ ਅੰਮ੍ਰਿਤ ਨੂੰ, ਜ਼ਹਿਰ ਨੂੰ ਪੀ ਗਈ, ਪਰ ਉਹ ਕਿਰਪਾ ਦ੍ਰਿਸ਼ਟੀ ਕਰਕੇ ਅੰਮ੍ਰਿਤ ਬਣ ਗਿਆ, ਉਹਦਾ ਵੀ ਅਸਰ ਨਾ ਹੋਇਆ। ਫਿਰ ਇਹ ਆਰੀਅਨ ਲੋਕ, ਬ੍ਰਾਹਮਣ ਲੋਕ ਜਿਹੜੇ ਸਨ, ਭਗਤ ਰਵਿਦਾਸ ਜੀ ਦੇ ਮਗਰ ਪੈ ਗਏ। ਉਹਨਾਂ ਨੂੰ ਮਾਰਨ ਦੇ ਵਾਸਤੇ ਕਹਿੰਦੇ ਹੈ ਕਿ ਤੁਸੀਂ ਜਿਹੜਾ ਹੈ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ। ਉਹਨਾਂ ਨੇ ਆਪਣੀ ਦੁਕਾਨ ਵਿੱਚ ਗੁਰੂ ਪਿਆਰਿਓ ਭਜਨ ਬੰਦਗੀ ਕਰਨੀ, ਪੂਜਾ ਅਰਚਨਾ ਦੀ ਜਗ੍ਹਾ ਬਣਾਈ ਤੇ ਇਹਨਾਂ ਨੂੰ ਇਹ ਵੀ ਚੰਗੀ ਨਾ ਲੱਗੀ ਤੇ ਇਹਨਾਂ ਲੋਕਾਂ ਨੇ ਭਗਤ ਰਵਿਦਾਸ ਜੀ ਨੂੰ ਖਤਮ ਕਰਨ ਦੀ ਸਲਾਹ ਬਣਾਈ। ਰਾਜੇ ਕੋਲ ਸ਼ਿਕਾਇਤ ਕੀਤੀ, ਕੇਸ ਕਰਤਾ ਰਾਜੇ ਦੇ ਕੋਲ। ਭਗਤ ਰਵਿਦਾਸ ਜੀ ਨੂੰ ਉੱਥੇ ਲੈ ਗਏ, ਕੇਸ ਦੇ ਵਿੱਚ ਜਦ ਸੱਦਿਆ ਗਿਆ। ਹੁਣ ਗੁਰੂ ਪਿਆਰਿਓ ਤੁਸੀਂ ਸਿਆਣੇ ਹੋ, ਜੇ ਆਪਣਾ ਜੱਜ ਦੇ ਕੋਲ ਜਦੋਂ ਕੋਈ ਵੀ ਜਾਂਦਾ ਉਹ ਕੋਈ ਹਥਿਆਰ ਨਹੀਂ ਅੰਦਰ ਲਿਜਾ ਸਕਦਾ। ਤੇ ਪਰ ਉੱਥੇ ਕਹਿੰਦੇ ਵੀ ਰਵਿਦਾਸ ਕੋਲ ਰੰਬੀ ਸੀ ਤੇ ਜਦ ਉਹ ਉੱਥੇ ਆਇਆ ਆਪਣੀ ਸਫਾਈ ਦੇਣ ਵਾਸਤੇ, ਗੱਲਬਾਤ ਚੱਲੀ ਤੇ ਕਹਿੰਦੇ ਰਵਿਦਾਸ ਨੇ ਆਪਣੀ ਰੰਬੀ ਦੇ ਨਾਲ ਆਪਣਾ ਛਾਤੀ ਚੀਰ ਕੇ ਵਿੱਚੋਂ ਸਿਉਣੇ ਦਾ ਜਨੇਊ ਕੱਢ ਕੇ ਵਿਖਾਇਆ ਵੀ ਮੈਂ ਵੀ ਪੁਰਾਣਾ ਬ੍ਰਾਹਮਣ ਹਾਂ। ਭਾਵ ਜਿਉਂਦੇ ਰਵਿਦਾਸ ਨੂੰ ਦੁੱਖ ਦਿੱਤੇ, ਮਾਰਨ ਤੋਂ ਬਾਅਦ ਉਹਦੀਆਂ ਮੂਰਤੀਆਂ ਪੂਜਣੀਆਂ ਸ਼ੁਰੂ ਕੀਤੀਆਂ। ਉਹ ਮੂਰਤੀ ਕਿਹੜਾ ਖਾਂਦੀ ਆ ਕੁਛ, ਜੋ ਚੜਾਵਾ ਆਵੇਗਾ ਰਵਿਦਾਸ ਦੇ ਪੈਰੋਕਾਰਾਂ ਦਾ ਉਹ ਵੀ ਅਸੀਂ ਖਾਵਾਂਗੇ। ਬੜਾ ਚਲਾਕ ਬ੍ਰਾਹਮਣ ਸੀ, ਦੂਜੇ ਦੇਸ਼ਾਂ ਤੋਂ ਆਇਆ। ਇਸ ਆਦੀਵਾਸੀ ਲੋਕਾਂ ਨੂੰ ਦੁੱਖ ਦੇਣੇ ਸ਼ੁਰੂ ਕੀਤੇ ਉਸਨੇ। ਤੇ ਇਸ ਤਰ੍ਹਾਂ ਗੁਰੂ ਪਿਆਰਿਓ ਰਵਿਦਾਸ ਜੀ ਨੂੰ ਕਤਲ ਆਪ ਕੀਤਾ ਤੇ ਉਸ ਦੀ ਬਾਹਰ ਕਹਾਣੀ ਘੜ ਦਿੱਤੀ ਕਿ ਜੱਜ ਦੀ ਸਭਾ ਦੇ ਵਿੱਚ ਰਵਿਦਾਸ ਜੀ ਨੇ ਆਪਣੀ ਰੰਬੀ ਦੇ ਨਾਲ ਆਪਣੀ ਛਾਤੀ ਚੀਰ ਕੇ ਇਹਦੇ ਵਿੱਚੋਂ ਸਿਉਣੇ ਦਾ ਜਨੇਊ ਕੱਢ ਕੇ ਵਿਖਾਇਆ। ਹੁਣ ਤੁਸੀਂ ਦੱਸੋ ਵੀ ਸਿਉਣਾ ਬੰਦੇ ਵਿੱਚ ਪੈਦਾ ਹੁੰਦਾ ਜਾਂ ਧਰਤੀ ਦੀਆਂ ਖਾਨਾਂ ਚੋਂ ਨਿਕਲਦਾ? ਕੋ ਸਤਨਾਮ ਸ੍ਰੀ। ਇਹਨਾਂ ਲੋਕਾਂ ਨੇ, ਬ੍ਰਾਹਮਣ ਲੋਕਾਂ ਨੇ ਕਿਸੇ ਨੂੰ ਸੱਚ ਤੇ ਚੱਲਦੇ ਦੇਖਣਾ ਸਿਖਾਇਆ ਨਹੀਂ। ਇਹਨਾਂ ਨੂੰ ਚੰਗਾ ਨਹੀਂ ਲੱਗਿਆ। ਖੁਦ ਵੀ ਇਹ ਪਰਮੇਸ਼ਰ ਨਾਲ ਨਹੀਂ ਜੁੜੇ, ਰਾਜਿਆਂ ਦੀ ਪੂਜਾ ਕਰਦੇ ਆ। ਰਾਜਾ ਰਾਮਚੰਦਰ ਵੀ ਇੱਕ ਰਾਜਾ ਹੋਇਆ, ਰਾਜਿਆਂ ਦੀ ਪੂਜਾ ਕਰਦੇ ਹਨ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਵਿਖਿਆ ਕਹਿੰਦੇ ਆ ਮਾਇਆ ਨੂੰ। ਤੇ ਉਹ ਮਾਇਆ ਜਿਹੜੀ ਗਲਤ ਤਰੀਕੇ ਨਾਲ ਪੈਦਾ ਕੀਤੀ ਜਾਵੇ ਉਹ ਵਿਖਿਆ ਮਤਲਬ ਜ਼ਹਿਰ ਹੁੰਦੀ ਆ। ਤੇ ਇਹ ਲੋਕ ਰਾਜਿਆਂ ਦੀ ਪੂਜਾ ਕਰਦੇ ਆ। ਜਿਵੇਂ ਕਬੀਰ ਸਾਹਿਬ ਜੀ ਇਹਨਾਂ ਨੂੰ ਕਹਿੰਦੇ ਤੁਮ ਤੋਂ ਜਾਚੋ ਭੂਪਤ ਰਾਜੇ, ਤੁਸੀਂ ਤਾਂ ਅਮੀਰਾਂ ਨੂੰ, ਰਾਜਿਆਂ ਨੂੰ ਪੂਜਦੇ ਹੋ, ਉਹਨਾਂ ਵੱਲ ਝਾਕਦੇ ਹੋ, ਉਹਨਾਂ ਤੋਂ ਕੁਝ ਲਵਾਂਗੇ, ਉਹਨਾਂ ਦੀਆਂ ਸਿਫਤਾਂ ਕਰਦੇ ਹੋ। ਤੁਮ ਤੋਂ ਜਾਚੋ ਭੂਪਤ ਰਾਜੇ, ਹਰਸਿਓ ਮੋਰ ਧਿਆਨਾ, ਅਸੀਂ ਤਾਂ ਹਰੀ ਨਾਲ ਜੁੜੇ ਹੋਏ ਆ। ਇਉਂ ਗੁਰੂ ਪਿਆਰਿਓ ਇਹਨਾਂ ਚਲਾਕ ਲੋਕਾਂ ਨੇ ਭਗਤ ਰਵਿਦਾਸ ਜੀ ਨੂੰ ਉਹਨਾਂ ਦੀ ਹੀ ਜੋੜੇ ਵੱਢਣ ਵਾਲੀ, ਚਮੜਾ ਵੱਢਣ ਵਾਲੀ ਰੰਬੀ ਦੇ ਨਾਲ
ਕਹਿੰਦੇ ਆਪਣੇ ਆਪ ਨੂੰ ਉਹਨਾਂ ਨੇ ਸ਼ਹੀਦ ਕਰ ਲਿਆ। ਉੱਥੇ ਇਹ ਦਿਖਾਇਆ ਕਿ ਮੈਂ ਵੀ ਬ੍ਰਾਹਮਣ ਹਾਂ। ਜਦੋਂ ਕਿ ਭਗਤ ਰਵਿਦਾਸ ਜੀ ਬ੍ਰਹਮ ਗਿਆਨੀ ਤਾਂ ਹੈ, ਬ੍ਰਹਮ ਗਿਆਨੀ ਤਾਂ ਹੈ, ਪਰਮੇਸ਼ਰ ਨਾਲ ਜੁੜੇ ਹੋਏ ਆ, ਪਰ ਅਖੌਤੀ ਬ੍ਰਾਹਮਣ ਨਹੀਂ ਹੈਗੇ ਜਿਨ੍ਹਾਂ ਨੂੰ ਉਹ ਸਮਝਦੇ ਹਨ। ਜਾਣ ਬੁੱਝ ਕੇ ਉਹਨਾਂ ਲੋਕਾਂ ਨੇ ਰਵਿਦਾਸ ਜੀ ਨੂੰ ਔਰ ਭਗਤਾਂ ਨੂੰ, ਭਗਤ ਕਬੀਰ ਸਾਹਿਬ ਜੀ ਨੂੰ, ਭਗਤ ਨਾਮਦੇਵ ਜੀ ਨੂੰ, ਗੁਰੂ ਪਿਆਰਿਓ, ਦੁੱਖ ਦਿੱਤੇ, ਮਜਬੂਰ ਕੀਤਾ ਇਹਨਾਂ ਲੋਕਾਂ ਨੇ ਔਰ ਸ਼ਹੀਦ ਕਰ ਦਿੱਤਾ ਭਗਤ ਰਵਿਦਾਸ ਜੀ ਨੂੰ। ਇਸ ਕਰਕੇ ਇਹ ਮਨੁੱਖ ਜਿਹੜਾ ਹੈ ਅੰਮ੍ਰਿਤ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਜ਼ਹਿਰ ਖਾਣ ਤੇ ਲੱਗਿਆ ਹੋਇਆ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਿਡਾਣੀ, ਵਿਡਾਣੀ ਭਾਵ ਬੇਗਾਨੀ। ਕਿਹਦੀ ਸੇਵਾ ਕਰਦਾ? ਰਾਜਿਆਂ ਦੀ ਪੁੱਤ ਪੂਜਾ ਹੈ, ਪੱਥਰ ਪੂਜਦਾ ਹੈ, ਮੂਰਤੀ ਪੂਜਾ ਕਰਦਾ ਹੈ। ਸ਼ਾਇਦ ਇੱਥੋਂ ਮੈਨੂੰ ਕੁਝ ਮਿਲੇਗਾ, ਪਰ ਆਪਣੇ ਦੀ ਆਪੇ ਦੀ ਖੋਜ ਨਹੀਂ ਕਰਦਾ ਇਹ ਮਨੁੱਖ। ਇਸੇ ਕਰਕੇ ਲੋਕ ਕਹਿੰਦੇ ਆ ਆਪਣਾ ਧਰਮ ਗਵਾਵੇ ਬੂਝੈ ਨਾਹੀ। ਆਪਣੇ ਧਰਮ ਨੂੰ ਇਸ ਮਨੁੱਖ ਨੇ ਖਤਮ ਕਰ ਲਿਆ, ਸਮਝਦਾ ਨਹੀਂ, ਬੁੱਝਦਾ ਨਹੀਂ। ਆਂਦਨ ਦੁੱਖ ਵਿਹਾਣੀ। ਮਨੁੱਖ ਦਾ ਧਰਮ ਕੀ ਹੈ? ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਜੋ ਸਾਨੂੰ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਭੇਜਿਆ। ਹੋਰ ਬਾਬੇ ਨਾਨਕ ਜੀ ਦਾ ਇਹ ਮਕਸਦ ਹੈ। ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ 'ਚ ਕਹਿੰਦੇ ਹਨ, ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ 'ਚੋਂ ਵਧੀਆ ਧਰਮ, ਉੱਚਾ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਤੇ ਚੰਗੇ ਕੰਮ ਕਰਨੇ। ਪਰ ਮਨੁੱਖ ਜਿਹੜਾ ਹੈ ਭਾਰਤ ਦੇ ਵਿੱਚ ਖਾਸ ਕਰਕੇ ਅੰਮ੍ਰਿਤ ਨੂੰ ਛੱਡ ਕੇ, ਆਪਣੇ ਆਪੇ ਨੂੰ ਛੱਡ ਕੇ ਜ਼ਹਿਰ ਮਾਇਆ ਦੇ ਪਿੱਛੇ ਲੱਗਿਆ ਹੋਇਆ ਲੋਕਾਂ ਨੂੰ ਪੂਜਦਾ ਫਿਰਦਾ, ਮੂਰਤੀ ਪੂਜਾ ਕਰਦਾ ਫਿਰਦਾ, ਪੱਥਰ ਪੂਜਦਾ ਫਿਰਦਾ। ਜਿੱਥੋਂ ਇਹਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ। ਆਪਣਾ ਧਰਮ ਗਵਾਵੇ, ਆਪਣੀ ਅਸਲੀਅਤ ਨੂੰ ਭੁੱਲ ਚੁੱਕਿਆ, ਆਪਣੇ ਆਪੇ ਦੀ ਖੋਜ ਨਹੀਂ ਕਰਦਾ, ਜਿਸ ਨੂੰ ਬਾਣੀ ਕਹਿੰਦੀ ਆ ਬੰਦੇ ਖੋਜ। ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਦੁਨੀਆ ਇੱਕ ਮੇਲਾ ਹੈ, ਇਹ ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਨਹੀਂ। ਤਾਂ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਆਪਣਾ ਧਰਮ ਗਵਾਵੇ ਬੂਝੈ ਨਾਹੀ। ਆਣ ਦਿਨ ਦੁੱਖ ਵਿਹਾਣੀ ਤੇ ਰੋਜ਼ਾਨਾ ਹੀ ਦੁੱਖਾਂ ਦੇ ਵਿੱਚ ਪ੍ਰਵਿਰਤ ਰਹਿੰਦਾ ਹੈ, ਫਸਿਆ ਰਹਿੰਦਾ। ਮਨ ਮੁਖ ਅੰਦਨ ਚੇਤਹੀ, ਡੂਬ ਮੋਏ ਬਿਨ ਪਾਣੀ। ਇਹ ਮਨਮੁਖ ਲੋਕ ਅਗਿਆਨਤਾ ਦੇ ਕਾਰਨ ਬਿਨਾਂ ਪਾਣੀ ਤੋਂ ਹੀ ਡੁੱਬ ਕੇ ਮਰ ਗਏ ਸਮਝੋ। ਕਿਉਂਕਿ ਇਹਨੇ ਆਪਣੀ ਅਸਲੀਅਤ ਨੂੰ, ਆਪਣੇ ਆਪ ਨੂੰ ਨਹੀਂ ਪਛਾਣਿਆ, ਰੱਬ ਨੂੰ ਨਹੀਂ ਪਛਾਣਿਆ, ਜੋ ਕਿ ਇਹਦਾ ਅਸਲੀ ਧਰਮ ਸੀ। ਰੱਬ ਕਿਤੇ ਅਲੱਗ ਨਹੀਂ ਹੈ, ਖੁਦ ਹੀ ਰੱਬ ਦੀ ਅੰਸ਼ ਹੈ। ਜਿਵੇਂ ਤੋਲਾ ਵੀ ਸੋਨਾ ਹੈ, ਰੱਤੀ ਵੀ ਸੋਨਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਵੀ ਸੋਨਾ ਹੈ ਤੇ ਆਤਮਾ ਵੀ ਸੋਨਾ ਹੈ। ਇਹ ਦੇਹ ਸੁਪੰਚਨ ਚੰਗੜੀ ਆ, ਜਿਤ ਹਰ ਪਾਇਆ ਰਾਮ। ਇਹ ਸਾਡਾ ਸਰੀਰ ਸੋਨੇ ਤੋਂ ਵੀ ਚੰਗਾ ਹੋ ਜਾਣਾ ਜਦੋਂ ਇਹਨੇ ਹਰੀ ਦੀ ਪ੍ਰਾਪਤੀ ਕਰ ਲਈ। ਮਾਨਸ ਜਨਮ ਦਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ। ਮਨਮੁਖ ਅੰਧ ਨ ਚੇਤਈ, ਡੂਬ ਮੋਏ ਬਿਨ ਪਾਣੀ। ਇੱਕ ਤਾਂ ਨੇਤਰਾਂ ਕਰਕੇ ਅੰਨਾ ਹੁੰਦਾ ਹੈ, ਅਜੀ ਉਹ ਤਾਂ ਫਿਰ ਵੀ ਠੀਕ ਹੈ, ਪਰ ਜਿਹੜਾ ਨੇਤਰਾਂ ਦੇ ਹੁੰਦੇ ਹੋਏ ਅੰਨਾ ਹੋਵੇ ਉਹਨੂੰ ਕੌਣ ਬਚਾਉਣ ਵਾਲਾ ਹੈ? ਅੰਨੇ ਬੰਦੇ ਨੂੰ ਕੋਈ ਬਾਂਹ ਫੜ ਕੇ ਪਾਸ ਕਰ ਦੇਵੇਗਾ, ਉਹਦੀ ਬਚਤ ਹੋ ਜੂ, ਪਰ ਦੇਖਦੇ ਹੋਏ ਜਿਹੜਾ ਅੰਨਾ ਹੋਵੇ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਗਏ, ਗੰਗਾ ਦੇ ਕਿਨਾਰੇ ਤੇ ਜਾ ਕੇ ਕੀ ਦੇਖਦੇ ਆ ਕਿ ਬਹੁਤ ਸਾਰੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਆ। ਗੰਗਾ 'ਚੋਂ ਪਾਣੀ ਦਾ ਬੁੱਕ ਭਰਦੇ ਆ, ਉੱਪਰ ਐਂ ਕਰਕੇ ਡੋਲ ਦਿੰਦੇ ਆ, ਉਹ ਥੱਲੇ ਹੀ ਆ ਜਾਂਦਾ ਮੁੜ ਕੇ। ਦੇਖਦੇ ਹੋਏ ਵੀ ਅੰਨੇ ਆ। ਬ੍ਰਾਹਮਣਾਂ ਮਗਰ ਲੱਗ ਕੇ ਕਹਿੰਦੇ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਜਦੋਂ ਕਿ ਪਾਣੀ ਮੁੜ ਕੇ ਥੱਲੇ ਹੀ ਆਈ ਜਾਂਦਾ, ਉਹਨਾਂ ਨੂੰ ਦਿਸਦਾ ਹੀ ਨਹੀਂਗਾ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਅਗਿਆਨਤਾ ਵਸ ਅੰਨਿਆਂ ਨੂੰ, ਨੇਤਰ ਹੁੰਦੇ ਹੋਏ ਅੰਨਿਆਂ ਨੂੰ ਇਹ ਵਿਖਾਉਣ ਵਾਸਤੇ ਕਿ ਤੁਹਾਡਾ ਪਾਣੀ ਕਿਸੇ ਪਿੱਤਰਾਂ ਕੋਲੇ ਨਹੀਂ ਜਾ ਰਿਹਾ। ਗੰਗਾ ਦੇ ਕਿਨਾਰੇ ਤੇ ਖੜ ਕੇ ਪੱਤਣ ਤੇ ਹੀ ਭਰ ਭਰ ਕੇ ਬੁੱਕ ਪਾਣੀ ਦੇ ਸਿੱਟਣੇ ਸ਼ੁਰੂ ਕੀਤੇ।
उन्हां ब्राह्मणां ने पुछया बई बाबा तू किधर पानी देई जाना? पातशाह कहंदे ठीक है देई चलो तुसी। वो कहंदे भला तू दस किहनूं पानी देना? कहंदे तुसी किहनूं दिंदे हो? कहंदे असीं सूरज नूं दिंदे आ। क्यों? इस करके सूरज नूं दिंदे आ कि जिहड़ा है धर्मराज वो सूरज दा पुत्र है। ਅਸੀਂ ਧਰਮਰਾਜ ਦੇ ਬਾਪ ਨੂੰ ਪਾਣੀ ਦੇਵਾਂਗੇ ਤੇ ਧਰਮਰਾਜ ਸਾਡੇ ਬਾਪਿਆਂ ਨੂੰ ਜਿਹੜੇ ਬੁੜੇ ਮਰੇ ਹੋਏ ਆ ਉਹਨਾਂ ਨੂੰ ਪਾਣੀ ਦੇ ਦੂਗਾ। ਕਹੋ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਕਿੱਡੇ ਮੂਰਖ ਹੋ, ਤੁਹਾਡਾ ਪਾਣੀ ਆਕਾਸ਼ਾਂ ਤੱਕ ਨਹੀਂ ਜਾ ਰਿਹਾ, ਥੱਲੇ ਡਿੱਗੀ ਜਾਂਦਾ। ਪਰ ਬਾਹਮਣਾਂ ਨੇ ਐਸਾ ਘੋਟ ਘੋਟ ਕੇ ਸਾਡੇ ਦਿਮਾਗ 'ਚ ਕਰਮਕਾਂਡ ਭਰਿਆ ਕਿ ਸਾਨੂੰ ਉਹ ਦਿਸਦਾ ਹੀ ਨਹੀਂਗਾ। ਤੇ ਪਾਤਸ਼ਾਹ ਉਹਨਾਂ ਨੂੰ ਕਹਿਣਾ ਛੱਡ ਕੇ ਫਿਰ ਪਾਣੀ ਸਿੱਟਣ ਲੱਗੇ ਫਟਾਫਟ ਬਾਹਰ ਬੁੱਕ ਭਰ ਭਰ ਕੇ। ਉਹ ਕਹਿੰਦੇ ਤੁਸੀਂ ਕਿਹਨੂੰ ਦਿੰਦੇ ਹੋ? ਕਹਿੰਦੇ ਮੈਂ ਤਾਂ ਕਣਕ ਬੀਜ ਕੇ ਆਇਆ ਖੇਤ। ਕਿੱਥੇ? ਕਹਿੰਦੇ ਪਿੰਡ ਆ ਮੇਰਾ ਨਨਕਾਣਾ ਸਾਹਿਬ, ਉੱਥੇ ਮੇਰੇ ਖੇਤ ਹੈ, ਮੈਂ ਮਾਂ ਪਿਓ ਦਾ ਇਕੱਲਾ ਹੀ ਪੁੱਤਰ ਹਾਂ, ਇਸ ਕਰਕੇ ਮੈਂ ਕਣਕ ਬੀਜ ਕੇ ਆਇਆ। ਸੋਚਿਆ ਚੱਲ ਮੈਂ ਵੀ ਪਾਣੀ ਦੇ ਦਿਆਂ ਕਣਕ ਨੂੰ। ਹੁਣ ਇੰਨੀ ਕੁ ਗੱਲ ਇਹਨਾਂ ਅੱਖਾਂ ਵਾਲੇ ਅੰਨ੍ਹਿਆਂ ਨੂੰ ਸਮਝ ਆਉਂਦੀ ਹੈ ਬਈ ਗੰਗਾ ਤੋਂ ਬੁੱਕਾਂ ਨਾਲ ਸਿੱਟਿਆ ਪਾਣੀ ਕਦੇ ਵੀ ਨਨਕਾਣਾ ਸਾਹਿਬ ਨਹੀਂ ਪਹੁੰਚਦਾ। ਕਹਿੰਦੇ ਤੁਹਾਡਾ ਇਹ ਪਾਣੀ ਇੰਨੀ ਦੂਰ ਕਿਵੇਂ ਜਾਵੇਗਾ ਬੁੱਕਾਂ ਨਾਲ ਸਿੱਟਿਆ? ਪਾਤਸ਼ਾਹ ਕਹਿੰਦੇ ਤੁਹਾਡਾ ਸੂਰਜ ਕਿੰਨੀ ਦੂਰ ਹੈ? ਤੇ ਪੜ੍ਹੇ ਲਿਖੇ ਬ੍ਰਾਹਮਣ ਸ਼ਹੀਦ ਨੇ ਕਹਿੰਦੇ ਕਰੋੜਾਂ ਅਰਬਾਂ ਕੋਹ ਦੂਰ ਹੈ। ਕਹਿੰਦੇ ਪਾਣੀ ਦਾ ਸੁਭਾਅ ਹੈ ਨੀਵੇਂ ਨੂੰ ਜਾਣਾ, ਉੱਚੇ ਨੂੰ ਜਾਣਾ ਨਹੀਂ ਹੈਗਾ। ਪਹਿਲੀ ਗੱਲ ਤਾਂ ਤੁਹਾਡਾ ਪਾਣੀ ਸੂਰਜ ਤੱਕ ਜਾਂਦਾ ਨਹੀਂ। ਜੇ ਜਾਵੜਿਆ ਤੇ ਉਹ ਅੱਗ ਦਾ ਗੋਲਾ ਹੈ, ਉਸਨੇ ਉਡਾ ਕੇ ਮਚਾ ਦੇਣਾ। ਤੇ ਮੈਂ ਜੇ ਇੱਥੋਂ ਖਾਲਾ ਪਾ ਕੇ ਨਦੀ ਬਣਾ ਕੇ ਗੰਗਾ ਦੇ ਵਿੱਚੋਂ ਲੈ ਜਾਵਾਂ ਤੇ ਇੱਕ ਦਿਨ ਆਪਣੇ ਖੇਤ ਪਾਣੀ ਲੈ ਜਾਊਂਗਾ। ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਵੀ ਵਾਕਿਆ ਅਸੀਂ ਕਰਮਕਾਂਡਾਂ ਵਿੱਚ ਫਸੇ ਹੋਏ ਹਾਂ। ਅੰਮ੍ਰਿਤ ਛੋੜ ਵਿਖਿਆ ਲੁਭਾਣੈ, ਸੇਵਾ ਕਰੇ ਬਿਡਾਣੀ, ਆਪਣਾ ਧਰਮ ਗਵਾਵੈ ਬੁੱਝੈ ਨਾਹੀ, ਆਂਦਨ ਦੁੱਖ ਬਿਹਾਣੀ, ਮਨਮੁਖ ਅੰਧ ਨ ਚੇਤਹੀ, ਡੂਬ ਮੋਏ ਬਿਨ ਪਾਣੀ। ਤਾਂ ਇਹ ਮਨਮੁਖ ਜਿਹੜਾ ਹੈ ਅਗਿਆਨਤਾ ਵਿੱਚ ਅੰਨਾ, ਬਿਨਾਂ ਪਾਣੀ ਤੋਂ ਹੀ ਡੁੱਬ ਡੁੱਬ ਕੇ ਮਰੀ ਜਾਂਦਾ ਅਗਿਆਨਤਾ ਕਰਕੇ। ਜਿਸ ਤਰ੍ਹਾਂ ਕਹਿੰਦੇ ਇੱਕ ਵਾਰੀ 20 ਮਨੁੱਖਾਂ ਦਾ ਟੋਲਾ ਕਿਧਰੇ ਚੱਲਿਆ, ਰਤੀਲਾ ਸੁੱਕਾ ਨਾਲਾ ਆ ਗਿਆ ਤੇ ਉਹ ਵਸਤਰ ਉਤਾਰ ਕੇ ਨਾਲੇ ਨੂੰ ਪਾਰ ਕਰ ਗਏ। ਨਾਲਾ ਸੁੱਕਾ ਹੈ ਪਰ ਬੰਦੇ ਮੂਰਖ ਆ। ਬਈ ਯਾਰ ਦਰਿਆ ਆ ਗਿਆ ਪਾਣੀ ਵਾਲਾ, ਪਾਣੀ ਵਿੱਚ ਹੈ ਨਹੀਂ ਗਾ, ਪਰ ਆਪਣੇ ਕੱਪੜਿਆਂ ਨੂੰ ਬਚਾਉਂਦੇ ਹੋਏ ਉਸ ਦੇ ਵਿੱਚੋਂ ਦੀ ਟੱਪ ਗਏ। ਜਦੋਂ ਪਰਲੇ ਪਾਸੇ ਟੱਪੇ ਤੇ ਕਹਿੰਦੇ ਯਾਰ ਵੇਖ ਲਓ ਕੋਈ ਬੰਦਾ ਆਪਣਾ ਰੁੜ ਤਾਂ ਨਹੀਂ ਗਿਆ ਪਾਣੀ ਵਿੱਚ? ਕਹਿੰਦੇ ਹਾਂ ਯਾਰ ਗਿਣਨਾ ਚਾਹੀਦਾ। ਜਦ ਗਿਣਤੀ ਕਰਨ ਲੱਗੇ ਤੇ ਗੁਰੂ ਪਿਆਰਿਓ ਉਹਨਾਂ ਦੇ ਵਿੱਚੋਂ ਜਦੋਂ ਗਿਣਤੀ ਕਰਨ ਵਾਲਾ ਬੰਦਾ ਗਿਣਤੀ ਕਰੇ ਤੇ ਕਹੇ ਤਾਂ 19 ਆ, ਆਪਣੇ ਆਪ ਨੂੰ ਗਿਣੇ ਹੀ ਨਾ, ਇਹਨੂੰ ਕਹਿੰਦੇ ਆ ਅਗਿਆਨਤਾ। ਜਿਹੜਾ ਵੀ ਗਿਣੇ ਉਹ ਕਹੇ ਹਾਂ ਯਾਰ 19 ਹੈ, ਇੱਕ ਬੰਦਾ ਡੁੱਬ ਗਿਆ, ਲੜੀ ਜਾ। ਉੱਥੇ ਇੱਕ ਹੋਰ ਕੋਈ ਸਿਆਣਾ ਮਨੁੱਖ ਆ ਗਿਆ, ਉਹ ਕਹਿਣ ਲੱਗਿਆ ਕੀ ਗੱਲ ਹੋ ਗਈ? ਉਹ ਕਹਿਣ ਲੱਗੇ ਯਾਰ ਅਸੀਂ 20 ਬੰਦੇ ਸੀ, ਲੱਗਦਾ ਇੱਕ ਬੰਦਾ ਸਾਡਾ ਨਾਲੇ 'ਚ ਡੁੱਬ ਗਿਆ। ਕਹਿੰਦੇ ਨਾਲੇ 'ਚ ਤਾਂ ਪਾਣੀ ਵੀ ਹੈ ਨਹੀਂ ਗਾ, ਇਹ ਤੁਹਾਡੀ ਅਗਿਆਨਤਾ ਹੈ। ਕਹਿੰਦੇ ਨਹੀਂ ਯਾਰ ਸਾਡਾ ਇੱਕ ਬੰਦਾ ਘੱਟ ਹੈ। ਕਹਿੰਦਾ ਲਿਆ ਮੈਂ ਗਿਣਾ। ਇੱਕ ਦੇ ਕੋਲੋਂ ਉਹਨਾਂ ਨੇ ਡੰਡਾ ਫੜ ਲਿਆ, ਖੁੰਡਾ ਫੜ ਲਿਆ ਤੇ ਕੱਲੇ ਕੱਲੇ ਨੂੰ ਡੰਡਾ ਮਾਰ ਕੇ ਪਾਸੇ ਕਰਨ ਲੱਗਿਆ। ਤੇ ਜਦੋਂ ਉਹ ਪਾਸੇ ਕਰਦਾ ਤੇ ਨਾਲ ਡੰਡਾ ਮਾਰਦਾ ਤੇ ਗਿਣ ਗਿਣ ਕੇ 20 ਦੇ 20 ਪੂਰੇ ਕਰ ਦਿੱਤੇ। ਉਹ ਕਹਿੰਦੇ ਧੰਨਵਾਦ ਬਾਈ, ਤੂੰ ਸਾਡੇ ਬੰਦੇ ਪੂਰੇ ਕਰ ਦਿੱਤੇ। ਇਹ ਮਨੁੱਖਤਾ ਦਾ ਹਾਲ ਹੈ ਕਿ ਅੱਖਾਂ ਦੇ ਹੁੰਦਿਆਂ, ਗਿਆਨ ਦੇ ਹੁੰਦਿਆਂ ਗਿਆਨ ਵਰਤਦਾ ਨਹੀਂ। ਕਰ ਦੀਪਕ ਲੈ ਕੂਪ ਪਰੈ, ਹੱਥ ਦੇ ਵਿੱਚ ਜਗਦਾ ਦੀਵਾ ਵੀ ਹੈ। ਕਰ ਦੀਪਕ ਲੈ ਕੂਐ ਪਰੈ, ਕਾਹੇ ਕੀ ਕੁਸਲਾਕ। ਫਿਰ ਉਹਦੀ ਕੌਣ ਸੁੱਖ ਮੰਨੇ ਵੀ ਜਿਹਦੇ ਕੋਲੇ ਗਿਆਨ ਹੋਵੇ ਫਿਰ ਵੀ ਖੋਜ ਡਿੱਗੇ। ਜਿਹਦੇ ਹੱਥ ਵਿੱਚ ਦੀਵਾ ਹੋਵੇ ਉਹਨੂੰ ਕੌਣ ਬਚਾਵੇ ਜਿਹੜਾ ਫਿਰ ਵੀ ਹਨੇਰੇ ਵਿੱਚ ਠੱਕਰਾਂ ਮਾਰੇ, ਦੀਵਾ ਲੈ ਕੇ ਖੋਜ ਡਿੱਗੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਹ ਉਸੇ ਤਰ੍ਹਾਂ ਹੀ ਹੈ ਮਨੁੱਖਤਾ। ਜਿਵੇਂ ਇੱਕ ਮਿਰਗ ਰੇਤਲੇ ਇਲਾਕੇ ਵਿੱਚ ਇੱਥੇ ਖੜਾ ਹੈ, ਦੂਰ ਦੇਖਦਾ ਤੇ ਉਸ ਨੂੰ ਪਾਣੀ ਦਾ ਝੌਲਾ ਪੈਂਦਾ।
ਵੀ ਸ਼ਾਇਦ ਉਹ ਉੱਥੇ ਪਾਣੀ ਦਾ ਛੱਪੜ ਹੈ, ਉਹ ਭੱਜ ਕੇ ਜਾਂਦਾ ਉੱਥੇ, ਤੇ ਪਰ ਉੱਥੇ ਪਾਣੀ ਹੁੰਦਾ ਨਹੀਂ, ਉਹ ਸੂਰਜ ਦੀ ਚਮਕ ਨਾਲ ਬਣਿਆ ਸੀ। ਜਿੱਥੇ ਮਿਰਗ ਦੀ ਅੱਖ ਤੇ ਸੂਰਜ ਦੀ ਚਮਕ ਮਿਲਦੀ ਹੈ ਨਾ, ਉੱਥੇ ਪਾਣੀ ਦਾ ਦ੍ਰਿਸ਼ਟਾਂਤ ਬਣ ਜਾਂਦਾ ਹੈ। ਫਿਰ ਹੋਰ ਅੱਗੇ ਵੇਖਦਾ, ਉਹਨੂੰ ਓਨੀ ਦੂਰੀ ਤੇ ਫਿਰ ਪਾਣੀ ਦਿਖਾਈ ਦਿੰਦਾ ਹੈ, ਫਿਰ ਭੱਜ ਕੇ ਉੱਥੇ ਜਾਂਦਾ, ਉੱਥੇ ਵੀ ਪਾਣੀ ਹੁੰਦਾ ਨਹੀਂ। ਇਸੇ ਤਰ੍ਹਾਂ ਹੀ ਉਹ ਭੱਜਦਾ ਭੱਜਦਾ ਹੀ ਧਿਆਇਆ ਮਰ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਇਹ ਮਨੁੱਖ ਨੂੰ ਇਹ ਨਹੀਂ ਪਤਾ ਕਿ ਰੱਬ ਮੇਰੇ ਅੰਦਰ ਹੈ, ਮੇਰੇ ਕੋਲ ਹੈ। ਇਹ ਰੱਬ ਨੂੰ ਲੱਭਦਾ ਲੱਭਦਾ 100 ਸਾਲ ਦੀ ਜ਼ਿੰਦਗੀ ਭਟਕਦਾ ਭਟਕਦਾ ਹੀ ਖਤਮ ਕਰ ਦਿੰਦਾ। ਕੋ ਸਤਨਾਮ ਸ੍ਰੀ। ਰੱਬ ਨੂੰ ਬਾਹਰੋਂ ਲੱਭਦਾ ਲੱਭਦਾ ਕਦੇ ਮੂਰਤੀਆਂ ਦੀ ਪੂਜਾ ਕਰਦਾ ਹੈ, ਕਦੇ ਮਨੁੱਖਾਂ ਦੀ ਪੂਜਾ ਕਰਦਾ ਹੈ, ਕਦੇ ਗੁਰੂ ਪਿਆਰੇ ਨਦੀਆਂ ਨਾਲਿਆਂ ਨੂੰ ਪੂਜਦਾ ਫਿਰਦਾ ਹੈ। ਜਦੋਂ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਤਾਂ ਸਭ ਦੇ ਅੰਦਰ ਹੈ। ਜਿਸ ਨੂੰ ਤੁਸੀਂ ਲੱਭ ਰਹੇ ਹੋ, ਬੁੱਲੇ ਸ਼ਾਹ ਫਕੀਰ ਵੀ ਕਹਿੰਦਾ, ਫੜਦਾ ਫਿਰੇ ਅਸਮਾਨ ਦੇ ਪੰਛੀਆਂ ਨੂੰ, ਕਦੇ ਆਪਣੇ ਆਪ ਨੂੰ ਫੜਿਆ ਨਹੀਂ। ਲੜਦਾ ਫਿਰੇ ਸੰਸਾਰ ਦੇ ਬੰਦਿਆਂ ਨਾਲ, ਕਦੇ ਆਪਣੇ ਨਫਸ ਨਾਲ, ਨਫਸ ਹੁੰਦਾ ਮਨ, ਕਦੇ ਆਪਣੇ ਨਫਸ ਨਾਲ ਲੜਿਆ ਹੀ ਨਹੀਂ। ਪੜ੍ਹਦਾ ਫਿਰਦਾ ਵੇਦ ਕੁਰਾਨਾਂ ਨੂੰ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਬੁੱਲੇ ਸ਼ਾਹ ਦੀਆਂ ਇਹ ਕਾਫੀਆਂ ਗਜ਼ਲਾਂ ਗੁਰੂ ਪਿਆਰੋ ਜਿਹੜੀਆਂ ਸੂਫੀ ਫਕੀਰਾਂ ਨੇ ਗੱਲਾਂ ਕੀਤੀਆਂ, ਤਾਂ ਉਹਨਾਂ ਦੇ ਕਹਿਣ ਮੁਤਾਬਕ, ਗੁਰੂਆਂ ਦੇ ਕਹਿਣ ਮੁਤਾਬਕ ਪਰਮੇਸ਼ਰ ਤਾਂ ਸਭ ਦੇ ਅੰਦਰ ਹੈ ਤੇ ਆਪ ਦੇ ਅੰਦਰ ਜਾਂਦਾ ਹੀ ਨਹੀਂਗਾ। ਸਾਰੀ ਜ਼ਿੰਦਗੀ ਜੰਗਲਾਂ ਵਿੱਚ ਭਟਕ ਕੇ ਖਤਮ ਕਰ ਦਿੰਦਾ। ਮੈਂ ਰੱਬ ਨੂੰ ਲੱਭਦਾ ਫਿਰਦਾ, ਪਰ ਰੱਬ ਲੱਭੇ ਕਿੱਥੋਂ? ਰੱਬ ਨੂੰ ਤਾਂ ਨਾਲ ਹੀ ਲਈ ਫਿਰਦਾ ਤੇ ਲੱਭਦਾ ਬਾਹਰੋਂ ਹੈ। ਗਾਵੇ ਕੋ ਜਾਪੈ ਦਿਸੈ ਦੂਰ ਫਰੀਦਾ। ਬਾਬਾ ਫਰੀਦ ਜੀ ਕਹਿੰਦੇ, ਮੁੱਲਾ ਮਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਮੰਗਦੇ ਦਿਲ ਹੀ ਭੀਤਰ ਜੋਏ। ਉਹਨੂੰ ਆਪਣੇ ਅੰਦਰੋਂ ਲੱਭਣਾ ਕਰ, ਜਿਹਨੂੰ ਵਾਂਗਾਂ ਦੇ ਦੇ ਕੇ ਬਾਹਰੋਂ ਲੱਭਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਮਨਮੁਖ ਅੰਧ ਨ ਚੇਤਈ, ਡੋਬ ਮੋਏ ਬਿਨ ਪਾਣੀ। ਇਹ ਦੁਨੀਆ ਮੋਹ ਮਮਤਾ ਦੇ ਛੱਪੜ ਵਿੱਚ ਡੁੱਬ ਰਹੀ ਆ, ਜਿਹਦੇ ਵਿੱਚ ਪਾਣੀ ਤਾਂ ਹੈ ਨਹੀਂ, ਪਰ ਮੋਹ ਦਾ ਪਾਣੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਰਹਿਰਾਸ ਸਾਹਿਬ ਵਿੱਚ ਲਿਖਦੇ ਹਨ, ਆਸਾ ਮਹੱਲਾ ਪਹਿਲਾ, ਤੇਥਰ ਵਰਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਕਹਿਣ ਲੱਗੇ, ਇਹ ਸੰਸਾਰ ਜਿਹੜਾ ਹੈ, ਮੈਂ ਦੇਖ ਰਿਹਾ ਸੰਸਾਰ ਸਮੁੰਦਰ ਦੇ ਵਿੱਚ ਕਿਵੇਂ ਮਨੁੱਖਤਾ ਡੁੱਬਦੀ ਜਾ ਰਹੀ ਹੈ। ਪਹਿਲੇ ਨਿਵਾਸਾ, ਇਹ ਸੰਸਾਰ ਸਮੁੰਦਰ ਵਿੱਚ ਸਾਡਾ ਵਾਸ ਹੋ ਗਿਆ। ਪਾਣੀ ਪਾਵਕ ਤਿਨਹਿ ਕੀਆ, ਇੱਥੇ ਜਿਹੜਾ ਪਾਣੀ ਹੈ ਉਹ ਅੱਗ ਦਾ ਹੈ। ਕਿਹੜੀ ਅੱਗ ਦਾ? ਆਸ਼ਾ ਤ੍ਰਿਸ਼ਨਾ ਦੋਈ ਦਵੈਤ, ਕਾਮ ਵਾਸ਼ਨਾ ਮਾ ਕ੍ਰੋਧ ਲੋਭ ਮੋਹ ਹੰਕਾਰ ਆਦਿ। ਇਹਨਾਂ ਮੋਹ ਮਮਤਾ ਦਾ ਪਾਣੀ ਜਿਹੜਾ ਹੈ, ਇਹ ਸੰਸਾਰ ਸਮੁੰਦਰ 'ਚ ਭਰਿਆ ਹੋਇਆ ਤੇ ਅਸੀਂ ਇਹਦੇ ਵਿੱਚ ਡੁੱਬੇ ਹੋਏ ਹਾਂ। ਕੱਲ ਆਪਾਂ ਪੜ੍ਹਿਆ ਸੀਗਾ ਪਿਛਲੇ ਦਿਨੀ, ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ। ਤੇ ਇਹਦੇ ਵਿੱਚੋਂ ਨਿਕਲ ਕੌਣ ਸਕਦਾ? ਜਿਹੜਾ ਨਾਮ ਦਾ ਪੱਲਾ ਫੜ ਲਵੇ, ਉਹ ਉੱਭਰ ਸਕਦਾ ਹੈ, ਬਚ ਸਕਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਇਹ ਮਨੁੱਖ ਜਿਹੜਾ ਹੈ, ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਇਕੱਠਾ ਕਰਦਾ ਫਿਰਦਾ ਹੈ, ਪਰਮੇਸ਼ਰ ਨੂੰ ਛੱਡ ਕੇ ਮਨੁੱਖਾਂ ਨੂੰ ਪੂਜਦਾ ਫਿਰਦਾ ਹੈ। ਜਗ ਜੀਵਨ ਨੂੰ ਤਿਆਗ ਕੇ, ਜਗ ਜੀਵਨ ਪੁਰਖ ਤਿਆਗ ਕੈ, ਮਾਨ ਸੰਧੀ ਆਸ ਦੋਐ, ਭਾਏ ਬਿਗੁਚੀਐ ਜਲ ਗਲ ਪਈ ਸੋ ਜਮ ਕੀ ਫਾਸ। ਜਗ ਨੂੰ ਜੀਵਨ ਦੇਣ ਵਾਲਾ ਜਿਹੜਾ ਪਰਮੇਸ਼ਰ ਹੈ, ਉਹਨੂੰ ਤਿਆਗ ਕੇ ਮਨੁੱਖਾਂ ਨੂੰ ਪੂਜਦਾ ਫਿਰਦਾ। ਇਸ ਕਰਕੇ ਇਹ ਜ਼ਹਿਰ ਇਕੱਠਾ ਕਰਦਾ ਫਿਰਦਾ ਹੈ, ਅੰਮ੍ਰਿਤ ਨੂੰ ਛੱਡ ਰਿਹਾ ਹੈ। ਅੰਮ੍ਰਿਤ ਕੌੜਾ ਲੱਗਦਾ ਹੈ, ਵਿਖਿਆ ਮਿੱਠੀ। ਜ਼ਹਿਰ ਮਿੱਠਾ ਲੱਗਦਾ ਹੈ, ਅੰਮ੍ਰਿਤ ਕੌੜਾ ਲੱਗਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਖਤ ਕੀ ਇਹ ਬਿਦ ਨੈਣੋ ਡਿੱਠੀ। ਇਹਦੀ ਬੁੱਧੀ ਉੱਠੀ ਹੋਈ ਵੀ ਆ ਮਨੁੱਖ ਦੀ, ਇਹ ਗੁਰੂ ਹੀ ਇਹਨੂੰ ਸਿੱਧੀ ਕਰਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਅੱਗੇ, ਮਨਮੁਖ ਅੰਧ ਨ ਚੇਤਹੀ, ਡੂਬ ਮੋਏ ਬਿਨ ਪਾਣੀ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕ।
पानी दे हेठां जिवें चिक्कड़ हुंदा है ते इहदे विच चिक्कड़ है मोह दा। कहो सतनाम। इन्हें किया पंक जो मोह, जिहड़ा मोह रूपी चिक्कड़ है इहदे विच इहदे पैर फसे हुए। पग नहीं चलदा, इहदा पैर ही नहीं पुटिया जाता, अगे फिर खुब जाता उत्थे। हम देखा तह डूबी अले, मैं देख रहा ये दुनिया किस तरह इस मोह के चिक्कड़ विच फसी हुई आ। मन एक न चेतस मूड़ मना, हर बिसर तेरे गुण गलिया मना। तू ताइए फसिया कि तू हरि नूं विसार दिता, असली अद्धी खोज नहीं कीती। मन मुख अंध न चेतही, डूब मोए बिन पानी। मन रे सदा भजो, हर शरनाई आ मना। उस हरि नूं सिमर ना करिए, उहदी शरण में चलीए। गुर का शब्द अंतर वसै, ता हर विसर न जाई। उस हरि नूं प्राप्त करने वास्ते गुरु तो शब्द लेना पैना, गुरु वाले बनना पैना। जिवें पंज प्यारे सानू गुरमंत्र बख्शिश करते हैं, उस तरह ही सानू पंज प्यारों कोल जाके वो गुरमंत्र लेना पैना ते उसनूं फिर हिरदे विच रखना पैना, उन्होंने हमेशा याद करना पैना। गुर का शब्द अंतर वसै, ता हर विसर न जाई रहाओ। यह शरीर माया का पुतला, शरीर जिहड़ा है पंजा तत्तां तो बनिया। पंजे तत्त परमेश्वर की माया तो तैयार होए। परमेश्वर ने माया बनाई ते माया तो जिहड़ा है ये शरीर बनाया। कबीर पुरिया बांध के, काली पुड़ी रेते की पुड़ी आ, शरीर एक मिट्टी की पुड़ी बनी हुई है। पंजा तत्थां नूं इकट्ठे कीता। ये शरीर माया का पुतला। देखो देखो रे माया का पुतला कैसे नचता है। और ये बंदा बना के पुतला मिट्टी का माया का, इनू चलन लाता, भजन ला दिता, तो हुण नचदा फिरदा, भजिया फिरदा। जब कछ पावे तब गर्व करता है, माया गई तब रोवन लगता है। जदों हथों निकल जाता है तो फिर रोंदा नहीं झल्लीदा, तो जदों पाउंदा तो फिर हंकार विच फुलिया नहीं समाउंदा। देखो देखो माटी का पुतला कैसे नचता है। ये मिट्टी का पुतला किवें नचदा फिरदा, भजिया फिरदा। प्रीतम जी कहते ये शरीर माया का पुतला, विच हउमੈ दुष्टि पाई ते भजदा काहदे नाल है? हौमे की हवा नाल। कहो सतनाम। हंकार करके भजिया फिरदा है, मैं आ करा, मेरे बिना तो होना ही नहीं। विच हौमे दुष्टि पाई, जे किते इहदे विच गुरु का शब्द वस जावे, गुर का शब्द अंतर वसे, ता हर विसर न जाई। जे गुरु के शब्द नूं हिरदे विच रख लवे, आवन जाना जमन मरना, मनमुख पत गवाई। गुरु के नाम तो बगैर निगोरेपन करके इहदा आउणा जाना बनिया रहिंदा है, इहदी भटकना बनी रहिंदी है, इहदी इज्जत जिहड़ी आ वो खत्म हो जाती आ। मन मुखता करके भाव मन दे मगर चल के ये मनुख दुखी हुंदा है। सतगुर सेव सदा सुख पाया, ज्योति जोत मिलाई। कहते चलो ये गुरु के लड़ लगता है, गुरु की गल नूं मनदा है, गुरु नूं सिमरदा है, तो अपनी नेत्रां दी जोत नूं ज्योति स्वरूप अपने आपे नाल मिला करके गुरु प्यारिओ उस परमेश्वर दे विच मिल जाता। सतगुर सेव सदा सुख पाया, ज्योति जोत मिलाई। जदों गुरु नूं सिमरदा है ते गुरु नूं सिमर करके जिहड़ा है यह उस परिपूर्ण परमेश्वर परमात्मा ज्योति स्वरूप परमेश्वर दे विच अपनी जोत आत्मा नूं मिला के अपने घर चलिया जाता है, थिरक हो जाता है। इहदी भटकना खत्म हो सकती है, पर उन्ना चिर नहीं हुंदी जिन्ना चिर गुरु वाला नहीं बनता। सतगुरां ने हर थां ते गुरु की बड़ी अहमियत ते लोड़ दसी है। सतगुर बाझों गुर ने कोई, निगुरे का है नाम बुरा। सतगुर सेवा अत सुखाली, जो इच्छै सो फल पाए। तो सब तो सौखा जिहड़ा है
ਗੁਰੂ ਪਿਆਰਿਓ, ਕੰਮ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, 10 ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਦੱਸਣਾ ਕੀਤਾ ਕਿ ਜਿਸ ਤਰ੍ਹਾਂ ਗੋਰਖਨਾਥ ਵਰਗੇ ਜੋਗੀ ਹੱਠ ਜੋ ਕਰਦੇ ਸੀ, ਘਰ-ਬਾਰ ਛੱਡ ਕੇ, ਦੁਨੀਆ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਬਹਿੰਦੇ ਸੀਗੇ ਗੁਰੂ ਪਿਆਰਿਓ, ਉਹ ਬੜੇ ਦੁਖੀ ਵੀ ਹੁੰਦੇ ਸੀ ਜਾ ਕੇ, ਪਰ ਫਿਰ ਘਰੇ ਮੁੜਨ ਜੋਗੇ ਨਹੀਂ ਸੀ ਰਹਿੰਦੇ। ਇਸ ਕਰਕੇ ਉਹਨਾਂ ਦੁੱਖਾਂ ਨੂੰ ਝੱਲਦੇ, ਉਹਨੂੰ ਹੱਠ ਜੋ ਕਹਿੰਦੇ ਸੀ। ਤੇ ਸਤਿਗੁਰਾਂ ਨੇ ਸਾਨੂੰ ਦਿੱਤਾ ਸਹਿਜੋਗ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ, ਹਸੰਦਿਆ ਖਿਲੰਦਿਆ ਪਹਿਨੰਦਿਆ ਖਵੰਦਿਆ ਵਿੱਚੇ ਹੋਵੇ ਮੁਕਤ। ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਮਨੁੱਖਾ ਜੀਵਨ ਨੂੰ ਗ੍ਰਸਤੀ ਜੀਵਨ ਵਿੱਚ ਬਤੀਤ ਕਰਦੇ ਹਾਂ। ਅਸੀਂ ਇਹਦੇ ਵਿੱਚ ਹੀ ਰਹਿੰਦੇ ਹਾਂ, ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ। ਪਰ ਇਹ ਜੁਗਤ ਗੁਰੂ ਹੀ ਬਣਾਉਂਦਾ ਹੈ। ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹ ਸਹਿਜੇ ਹੀ ਮਾਲਕ ਦੇ ਵਿੱਚ ਮਿਲ ਜਾਂਦਾ ਹੈ। ਉਸ ਨੂੰ ਭਟਕਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਘਰ-ਬਾਰ ਤਿਆਗਣ ਦੀ ਲੋੜ ਨਹੀਂ, ਉਹਨਾਂ ਨੂੰ ਮੂਰਤੀ ਪੂਜਾ, ਪੱਥਰ ਪੂਜਾ, ਮਨੁੱਖਾਂ ਦੀ ਪੂਜਾ ਕਰਨ ਦੀ ਲੋੜ ਨਹੀਂ। ਉਹ ਗੁਰੂ ਦੀ ਸੇਵਾ ਕਰਦਾ ਹੋਇਆ, ਸਤਸੰਗ ਕਰਦਾ ਹੋਇਆ, ਸੱਚ ਨਾਲ ਜੁੜ ਕਰਕੇ ਸਹਿਜੇ ਹੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਜਗ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਦੁਨੀਆ ਇਹ ਕੰਮ ਕਿਉਂ ਕਰਦੀ ਆ? ਕਈ ਲੋਕ ਕਹਿੰਦੇ ਵਿਆਹ ਨਹੀਂ ਕਰਾਉਣਾ ਚਾਹੀਦਾ, ਜਿਵੇਂ ਜੋਗੀਆਂ ਨੇ ਕਿਹਾ, ਜਤ ਰੱਖਣਾ ਚਾਹੀਦਾ, ਠੀਕ ਹੈ। ਫਿਰ ਕਹਿੰਦੇ ਬੰਦੇ ਨੂੰ ਸਤ ਰੱਖਣਾ ਚਾਹੀਦਾ, ਤਪ ਕਰਨਾ ਚਾਹੀਦਾ। ਤੇ ਤਪ ਦੇ ਰੂਪ ਵਿੱਚ ਹੱਠ ਯੋਗ ਦੇ ਵਿੱਚ ਇਹਨਾਂ ਲੋਕਾਂ ਨੇ ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ ਸਿਆਲ ਵਿੱਚ, ਜੇਠ ਹਾੜ ਦੀ ਗਰਮੀ ਵਿੱਚ 4-5 ਧੂਣੀਆਂ ਮਚਾ ਕੇ ਉਹਨਾਂ ਦੇ ਵਿਚਾਲੇ ਬਹਿਣਾ ਸਾਰਾ ਦਿਨ। ਤਾਂ ਗੁਰੂ ਪਿਆਰਿਓ, ਨਗਰ ਨਿਵਾਸੀ ਲੋਕ ਜਿਹੜੇ ਉਹਨਾਂ ਦੀ ਇਸ ਚੀਜ਼ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੁੰਦੇ ਤੇ ਉਹਨਾਂ ਦੀ ਸੇਵਾ ਕਰਦੇ। ਬਸ ਇਸੇ ਵਿੱਚ ਹੀ ਉਹ ਲੋਕ ਉਲਝ ਕੇ ਰਹਿ ਜਾਂਦੇ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਕਰਮ ਕਾਂਡਾਂ ਨੂੰ ਕੱਢਦੇ ਹੋਏ ਸਾਨੂੰ ਜਿਹੜਾ ਅਸਲੀ ਜਤ ਦੱਸਿਆ ਉਹ ਇਹ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਬਖਾਨੇ। ਉਹ ਵੀ ਜਤੀ ਹੈ ਜਿਹੜਾ ਕੇਵਲ ਤੇ ਕੇਵਲ ਆਪਣੀ ਪਤਨੀ ਤੇ ਡਿਪੈਂਡ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜਬ ਤੇ ਹਮ ਸੁਧ ਧਰੀ ਬਚਨ ਦੇ ਗੁਰ ਪਿਤਾ ਹਮਾਰੇ। ਜਦੋਂ ਸਾਨੂੰ ਹੋਸ਼ ਆਈ ਤੇ ਸਾਡੇ ਪਿਤਾ ਨੇ, ਸਾਡੇ ਬਾਪੂ ਨੇ ਸਾਨੂੰ ਇਹ ਗੱਲ ਸਮਝਾਈ, ਨਿਜ ਨਾਰੀ ਸਿਉ ਨਿਤ ਨਿਹੋ ਵਢਾਈਓ, ਪਰ ਨਾਰੀ ਕੀ ਸੇਜਾ ਭੋਲ ਸੁਪਨੇ ਹੋ ਨਾ ਜਾਈ। ਪਰਾਈ ਇਸਤਰੀ ਬਾਰੇ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਣਾ। ਤਾਂ ਫਿਰ ਸਮਝ ਤੂੰ ਅਸਲੀ ਸਿੱਖ ਹੈ, ਜਤੀ ਸਤੀ ਹੈ। ਤੈਨੂੰ ਜਤ ਸਤ ਦੀ ਲੋੜ ਨਹੀਂ ਹੈ, ਤੈਨੂੰ ਬ੍ਰਹਮਚਾਰੀ ਬਣਨ ਦੀ ਲੋੜ ਨਹੀਂ ਹੈ, ਘਰ-ਬਾਰ ਤਿਆਗਣ ਦੀ ਲੋੜ ਨਹੀਂ ਹੈ, ਪਰਿਵਾਰ ਛੱਡਣ ਦੀ ਲੋੜ ਨਹੀਂ ਹੈ। ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ, ਇਹੀ ਤੇਰਾ ਜਤ ਸਤ ਹੈ। ਗੁਰੂ ਪਿਆਰਿਓ, ਹਰੀ ਸਿੰਘ ਨਲੂਏ ਵਰਗੇ ਯੋਧਿਆਂ ਨੂੰ, ਗੁਰੂ ਕੇ ਸਿੰਘਾਂ ਨੂੰ ਬਹੁਤ ਲੋਕਾਂ ਨੇ ਪਰਖਿਆ ਸਮੇਂ-ਸਮੇਂ ਤੇ, ਪਰ ਉਸ ਵੇਲੇ ਉਹਨਾਂ ਨੇ ਗੁਰਮਤਿ ਤੇ ਚੱਲਦਿਆਂ ਹੋਇਆਂ ਦੱਸਿਆ ਕਿ ਸਾਡਾ ਗੁਰੂ ਕੀ ਕਹਿੰਦਾ। ਜਿਵੇਂ ਹਰੀ ਸਿੰਘ ਨਲੂਏ ਦੇ ਕੋਲ ਇੱਕ ਬੇਗਮ ਆ ਗਈ, ਬੜੀ ਸੁੰਦਰ, ਆ ਕੇ ਜਦ ਉਸਦੇ ਤੰਬੂ ਵਿੱਚ ਉਸ ਨੂੰ ਮਿਲੀ ਤੇ ਕਹਿਣ ਲੱਗੀ, ਮੈਂ ਗੁਰੂ ਨਾਨਕ ਦਾ ਸਿੱਖ ਜਾਣ ਕੇ ਤੁਹਾਡੇ ਤੋਂ ਕੁਝ ਮੰਗਣ ਆਈ ਹਾਂ। ਹਰੀ ਸਿੰਘ ਨਲੂਆ ਕਹਿਣ ਲੱਗੇ, ਦੱਸੋ। ਕਹਿੰਦੀ, ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ। ਉਹਨੂੰ ਸਮਝ ਆ ਗਈ ਕਿ ਕਿੱਥੋਂ ਬੋਲਦੀ ਹੈ। ਹਰੀ ਸਿੰਘ ਜੀ ਕਹਿੰਦੇ, ਬਾਹਰ ਨਿਕਲ ਜਾ ਤੰਬੂ ਚੋਂ, ਗੁਰੂ ਨਾਨਕ ਤੋਂ ਮੰਗੋ, ਦੇ ਸਕਦਾ। ਉੱਠ ਕੇ ਤੁਰਨ ਲੱਗੀ, ਕਹਿੰਦੀ, ਮੈਂ ਤਾਂ ਗੁਰੂ ਨਾਨਕ ਦਾ ਦਰ ਸਮਝ ਕੇ ਆਈ ਸੀ ਵੀ ਸ਼ਾਇਦ ਇੱਥੋਂ ਮੈਨੂੰ ਖੈਰ ਮਿਲ ਜਾਵੇ।
तो हरि सिंह नलूए का दिमाग घूमिया, कहना उरे आ वापस मुड़ के। वो खुश होई, शायद फस गया। भाई साहब भाई हरि सिंह जी नलूए के कोल एक दुशाला सी, चादर सी कीमती। जदों दोबारा उहदे सामने आई तो उसने वो दुशाला उहदे सिर उत्ते दे करके उसनूं कहा, अज तो मैं तेरा पुत्र होया। को सतनाम, तू मेरी माँ हुई, मेरे वर्गा तो मैं ही हाँ, फिर मेरे वर्गा होर नहीं हो सकता, इस करके अज तो तू मेरी माँ हुई तो मैं तेरा पुत्र होया। तो इहो जिहियां सिੱਖੀ विच अनेकां ही घटनावां घटियां। जो दो प्यो पुत चरखड़ी ते चढ़े न, उन्हां नूं भी एक राजे की लड़की ने उस पिता के पुत्र नूं शहबाज सिंह सुबेग सिंह शहबाज सिंह नूं पसंद किया और पुत्र नूं पसंद किया ते अपने पिता नूं कहनी, अबू जान मैं तो इस सिख सरदार नाल शादी कराउणी है। ते उहदा पिता कहन लग्या, भाई उसका पिता जिहड़ा उहदे मुलाजम सी, नौकरी करता सीगा, उन्हां समयां दी सरकार उन्हां दी सी। कहन लग्या तेरे पुत्र नूं मेरी लड़की पसंद करदी है, इस करके आपां विआह कर दईए। ते भाई साहब कहन लगे नहीं हो सकदा, सानू गुरु का हुक्म नहीं है, साडा धर्म अलग है, तेरा धर्म अलग है। ठीक है, नौकरी मैं करदा अपनी पेट पूजा वास्ते, मेहनत करदा। वो कहन लग्या सोच लै, मैं तैनू नौकर तो राजा बना सकदा, सूबेदार बना दूंगा। बड़े लालच दिते, पर पिता जिहड़ा सी वो नहीं मन्निया। तो उन्हें घर जाके पुत्र दस्सिया, पुत्र आ गल हो गई आ, हुण शायद ये दुष्ट आपां नूं मार देण। ते पुत्र भी उस गल ते अड़ गया, कहन लग्या बिल्कुल नहीं हो सकता, आपां कदे भी उन्हां नाल शादी नहीं करवाउणी, क्योंकि साडा गुरु सानूं ये आग्या नहीं दिंदा गा। ते अखीर उन्हां दुष्टां ने दोने प्यो पुत्रां नूं चरखड़ी ते चढ़ा के शहीद कर दिता, पर उन्हां ने ये गल प्रवान नहीं कीती। तो कहन तो भाव है कि गुरु का सिख जिहड़ा है मात लोक दे विच ऐसा जरसत रखदा है, ऐसा तप करदा है, हर हर मन वसाए, हमेशा हरि नूं याद रखदा है, गुरु की गल नूं याद रखदा है। गुरु अमरदास जी के समय एक पिरत पई हुई सी उन्हां तो पहलां दी, जिसनों भगत नामदेव जी ने भी देखा कि बहुत सारिया इस्त्रियां नूं उन्हां दे मुर्दा पति नाल साड़ दिता जांदा, सती कह के भी जिहड़ी इस्त्री अपने मुर्दा पति नाल जिउंदी सड़ जावेगी वो सती होवेगी। बना बना दे बनाए कर्म कांड जिहड़े सन गुरु प्यारिओ, उन्हां दे विच इह सीगा भी जिहड़ी इस्त्री अपने पति नाल सड़ के मर जावेगी ओह दरगाह विच फिर अपने पति नूं मिल जावेगी। इहो जे शोशे छड्डे होए सी। बहुत सारिया भोलियां इस्त्रियां इस करके सड़ जांदियां कि पति नूं दोबारा मिलांगियां, ते बहुतियां नूं धक्के नाल साड़ दिता जांदा। इस करके गुरु प्यारिओ हुण की होया, भगत नामदेव जी ने इस विषय पर बड़ा रौला पाया भी ये गलत है, इनू रोकिया जाए। सतगुरु अमरदास जी का समा आया तो उन्होंने भी इस विषय के उत्ते गुरु प्यारो ज्ञान देना शुरू किया। जदों ना दुनिया हटी तो फिर उन्होंने एक सेवक बन गया राजा अकबर। फिर अकबर के राही कानून बनाया गया भी अज तो बाद जे कोई जिउंदी इस्त्री मुर्दे नाल सड़ूगी, जिहड़ा उहनूं साड़न विच शामिल होवेगा उन्हां नूं भी अग विच पाया जाएगा। कोई सतनाम। फिर जाके ये सती की रस्म खत्म हुई। तो सती कौन इस्त्री है? जिहड़ी अपने पति ते डिपेंड है, पति के हुक्म अंदर चलती है। पति विछड़ जावे, पति मर जावे, शरीर त्याग देवे, जां तां ओह बराग दे विच पहला मर जावे, विछोड़े ना झलदी हुई हौंका लैके शरीर छड्ड देवे, ते जां फिर रहिंदा होया बाकी जीवन अपने पति की याद विच बतीत करे। को सतनाम सी। तो तीजे पातशाह जी उत्थे लिखते हैं, सतियां ए ना आखियान जे मड़ियां लग जलन, नानक सतियां जानियन जे बिरह चोट मरन। वो भी सतियां हन जिहड़ियां पति दे बराग विच विछोड़े दे बराग विच मर जान, ते जां फिर सेपी सतियां जानियन सील संतोख रहन।
ਨਿਤ ਉਠ ਸੰਭਾਲਣ ਸਾਈ ਆਪਣਾ। ਇਸ ਕਰਕੇ ਉਹ ਵੀ ਸਤੀਆਂ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਨੂੰ ਸਿਮਰਦੀਆਂ ਤੇ ਆਪਣੇ ਪਤੀ ਦੀ ਯਾਦ ਵਿੱਚ ਰਹਿੰਦਾ ਜੀਵਨ ਸਬਰ ਸੰਤੋਖ ਨਾਲ ਬਤੀਤ ਕਰ ਲੈਂਦੀਆਂ। ਇਸ ਕਰਕੇ ਸਤੀਆਂ ਉਹ ਹਨ ਅਸਲੀ। ਇਸ ਕਰਕੇ ਗੁਰਮਤਿ ਅਨੁਸਾਰ ਜਤ ਸਤ ਤੇ ਤਪ ਕੀ ਹੈ? ਸਰੀਰ ਨੂੰ ਪਵਿੱਤਰ ਰੱਖਣਾ। ਤੇ ਧੂਣੀਆਂ ਵਿੱਚ ਬੈਠ ਕੇ ਸਰੀਰ ਪਵਿੱਤਰ ਨਹੀਂ ਹੁੰਦਾ, ਜਲ ਧਾਰੇ ਕਰਕੇ ਸਰੀਰ ਪਵਿੱਤਰ ਨਹੀਂ ਹੁੰਦਾ। ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਓ ਘਾਲੈ ਧੰਦਾ। ਘਰ-ਬਾਰ ਛੱਡ ਕੇ ਨਿਕਲੇ ਕਿ ਚਲੋ ਰੱਬ ਨੂੰ ਪਾਵਾਂਗੇ, ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਾਂਗੇ। ਤੇ ਜਦੋਂ ਉਹਨਾਂ ਨੂੰ ਜਨਤਾ ਮਿਲਣ ਲੱਗੀ, ਉਹਨਾਂ ਦੀ ਝੋਂਪੜੀ ਬਣ ਗਈ, ਡੇਰਾ ਬਣ ਗਿਆ, ਆਸ਼ਰਮ ਬਣ ਗਿਆ, ਬਹੁਤ ਸਾਰੀ ਜਨਤਾ, ਇਸਤਰੀਆਂ, ਮਨੁੱਖ ਉੱਥੇ ਆਉਣ ਲੱਗੇ। ਹੁਣ ਉਹ ਸਾਧ ਜਿਹੜਾ ਹੈ ਉਹਨਾਂ ਇਸਤਰੀਆਂ ਦੇ ਚੱਕਰ 'ਚ ਫਸ ਗਿਆ। ਕੋਈ ਸਤਨਾਮ ਸੀ, ਪਰਿਵਾਰ ਛੱਡ ਕੇ ਨਿਕਲਿਆ ਸੀਗਾ, ਹਜੇ ਗ੍ਰਸਤੀ ਘੱਟ ਫਸਿਆ, ਇਹ ਸਾਧ ਹੋਰ ਜ਼ਿਆਦਾ ਫਸੇ ਹੋਏ ਆ ਇਹਨਾਂ ਚੱਕਰਾਂ ਦੇ ਵਿੱਚ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਰਨਾ ਤਾਂ ਸਰੀਰ ਨੂੰ ਪਵਿੱਤਰ ਹੈ ਨਾ, ਇਹ ਪਵਿੱਤਰ ਹੋਊ ਗਿਆਨ ਦੇ ਨਾਲ। ਨਾ ਧੂਣੀਆਂ ਤਾਪੀਆਂ ਪਵਿੱਤਰ ਹੋਵੇ, ਨਾ ਜਲ ਧਾਰੇ ਕਰਕੇ ਹੋਵੇ। ਜਤ ਸਤ ਤਪ ਪਵਿੱਤ ਸਰੀਰਾ, ਇਹ ਪਵਿੱਤਰ ਹੋਵੇਗਾ। ਹਰ ਹਰ ਮਨ ਵਸਾਏ। ਪਵਿੱਤ ਸਰੀਰ ਦੇ ਪਿਛਲੇ ਪਾਸੇ ਲਿਖਿਆ ਪਵਿੱਤਰ ਹੋਣ ਦਾ ਅਸਲੀ ਢੰਗ ਸਿਮਰਨ ਕਰਨਾ। ਮੂਹਰਲੇ ਪਾਸੇ ਲਿਖਿਆ ਉਹ ਗਲਤ ਢੰਗ ਜਿਹੜਾ ਗੋਰਖਨਾਥ ਵਰਗੇ ਜੋਗੀਆਂ ਨੇ, ਸਾਧਾਂ ਨੇ ਸੰਸਾਰ ਨੂੰ ਗਲਤ ਰਸਤੇ ਪਾਇਆ, ਉਹ ਸਹੀ ਨਹੀਂ ਹੈ। ਕਹੋ ਸਤਨਾਮ। ਤਾਂ ਸਤਿਗੁਰ ਨੇ ਸਾਨੂੰ ਸੌਖਾ ਜਿਹਾ ਦੱਸ ਦਿੱਤਾ ਪਰਮੇਸ਼ਰ ਨੂੰ ਮਿਲਣਾ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਇਹ ਸੌਖਾ ਕੰਮ ਹੈ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਘਰ-ਬਾਰ ਛੱਡਣ ਦੀ ਲੋੜ ਨਹੀਂ ਹੈ। ਸ਼ਾਦੀ ਕਰਾਓ, ਇਹ ਕੁਦਰਤ ਅਨੁਸਾਰ ਹੈ, ਗਲਤ ਨਹੀਂ ਹੈ। ਪਰ ਆਪਣੀ ਸ਼ਾਦੀ ਨੂੰ ਛੱਡ ਕੇ ਥਾਂ ਥਾਂ ਤੇ ਮੂੰਹ ਮਾਰਨੇ, ਇਹ ਗਲਤ ਹੈ। ਕਹੋ ਸਤਨਾਮ। ਫਿਰ ਬੰਦੇ ਦੀ ਤ੍ਰਿਸ਼ਨਾ ਭੁੱਖ ਇੰਨੀ ਵੱਧ ਜਾਂਦੀ ਹੈ, ਇੰਨੀ ਵੱਧ ਜਾਂਦੀ ਹੈ ਕਿ ਫਿਰ ਉਹ ਮਿਟਦੀ ਹੋਈ ਨਹੀਂ ਕਿਸੇ ਤਰ੍ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ, ਸਰੀਰ ਨੂੰ ਪਵਿੱਤਰ ਰੱਖਣ ਵਾਸਤੇ ਹਰ ਹਰ ਮਨ ਵਸਾਏ। ਹੋਰ ਕੋਈ ਵੀ ਢੰਗ ਨਹੀਂ ਹੈ। ਜਗਤ ਜਲੰਦਾ ਰੱਖ ਲੈ, ਇਹਨਾਂ ਵਿਸ਼ੇ ਵਿਕਾਰਾਂ ਦੀ ਅੱਗ ਵੀ ਸੜ ਰਿਹਾ ਹੈ। ਮਨੁੱਖ ਇਹਨੂੰ ਬਚਾ ਲੈ। ਆਪਣੀ ਕਿਰਪਾ ਧਾਰ, ਜਿਵੇਂ ਬਚਦਾ ਉਵੇਂ ਹੀ ਬਚਾ ਲੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰਾ ਉਭਰੈ ਤਿੱਤਾ ਲਿਓ ਉਭਾਰ। ਫਿਰ ਆਪ ਹੀ ਸਲਾਹ ਦਿੰਦੇ ਐ, ਸਤਿਗੁਰ ਸੁਖ ਵਿਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨ ਸੁਝਈ, ਹਰ ਬਿਨ ਬਖਸ਼ਣ ਹਾਰ। ਹੋਰ ਕੋਈ ਢੰਗ ਨਹੀਂ ਹੈ ਇਸ ਅੱਗ ਤੋਂ ਬਚਣ ਦਾ, ਜਿਹੜੀ ਕਿ ਕਈ ਤਰ੍ਹਾਂ ਦੀ ਅੱਗ ਹੈ। ਬੇਅੰਤ ਈਰਖਾ, ਦੁਈ ਦਵੈਤ, ਨਿੰਦਾ, ਚੁਗਲੀ, ਸਾੜਾ, ਦੂਜੇ ਦੀ ਤਰੱਕੀ ਦੇਖ ਕੇ ਸੜਨਾ, ਇਹ ਸਾਰੀਆਂ ਕਈ ਤਰ੍ਹਾਂ ਦੀਆਂ ਅੱਗਾਂ ਹਨ ਜਿਨ੍ਹਾਂ ਵਿੱਚ ਮਨੁੱਖ ਸੜ ਰਿਹਾ। ਪ੍ਰੀਤਮ ਜੀ ਕਹਿੰਦੇ ਸਦਾ ਆਨੰਦ ਰਹਿ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਪਰਮੇਸ਼ਰ ਦਾ ਨਾਮ ਜਪੋ, ਪਰਮੇਸ਼ਰ ਨੂੰ ਯਾਦ ਰੱਖੋ, ਗੁਰੂ ਵਾਲੇ ਬਣੋ, ਬਸ ਫਿਰ ਤੁਹਾਡਾ ਜੀਵਨ ਆਨੰਦ ਵੀ ਬਣ ਜਾਣਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨ ਜਾਣੇ ਕੋਇਲਾ। ਉਹ ਮੁਕਤੀ ਤੁਹਾਨੂੰ ਜਿਉਂਦਿਆਂ ਨੂੰ ਮਿਲ ਜਾਣੀ ਹੈ। ਇਹਨਾਂ ਵਿਕਾਰਾਂ ਤੋਂ ਮੁਕਤੀ ਹੋਣੀ ਪਹਿਲਾਂ ਜ਼ਰੂਰੀ ਹੈ। ਵਿਕਾਰਾਂ 'ਚ ਫਸਿਆ ਹੀ ਬੰਦਾ ਬੰਧਨਾਂ ਵਿੱਚ ਫਸਿਆ ਹੋਇਆ, ਮੋਹ ਮਮਤਾ ਦੇ ਜਾਲ 'ਚ ਫਸਿਆ ਹੋਇਆ, ਕਾਮ ਵਾਸ਼ਨਾ ਦੇ ਜਾਲ 'ਚ ਫਸਿਆ ਹੋਇਆ ਬੰਦਾ ਬੰਧਨ ਵਿੱਚ ਹੈ। ਗੁਰੂ ਪਹਿਲਾਂ ਇਹਨਾਂ ਵਿਕਾਰਾਂ ਤੋਂ ਛਡਾਉਂਦਾ ਹੈ। ਪ੍ਰੀਤਮ ਜੀ ਕਹਿੰਦੇ ਸਦਾ ਆਨੰਦ ਰਹਿ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸ਼ਰਨਾਗਤੀ, ਹਉ ਤਿਨ ਕੈ ਬਲ ਜਾਓ। ਤੀਜੇ ਪਾਤਸ਼ਾਹ ਕਹਿੰਦੇ ਸਿੱਖੋ, ਗੁਰੂ ਵਾਲੇ ਬਣੋ, ਇਸੇ 'ਚ ਹੀ ਲਾਹ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਣਾ। ਕਿਉਂਕਿ ਖੁਦ ਨੂੰ ਵੀ ਉਦੋਂ ਪਤਾ ਲੱਗਿਆ ਜਦੋਂ 60-65 ਸਾਲ ਬਾਅਦ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਕਿ ਮੈਂ ਤਾਂ ਐਵੇਂ ਤੁਰਿਆ ਫਿਰਦਾ ਸੀਗਾ।
तीर्थां की यात्रा ते हरिद्वार गंगा की यात्रा ते असली गल तां गुरु कोल पई सी, कोल सतनाम सी। तो फिर सानू भी सलाह देन लगे गुरु बन के, बई तुसी भी गुरु वाले बनो, निगुरा होना बहुत माड़ा है। किसी वेले मैनू भी चोट लाई किसी ब्रह्मचारी ने, बई मित्रा गुरु वाला बन, निगुरे दा तां नाम है बुरा। सतगुर बाझों गुरनी कोई, निगुरे का है नाम बुरा। आखिरी पदे विच पातशाह जी कहते हैं, जो सतगुर की शरणागति हूँ तिन कै बल जाओ, दर सच्चै सच्ची वडियाई, सहजे सच समाओ। ये सच्चा दर है, ये सच्चा घर है। ਇਹਦੇ ਨਾਲ ਜੁੜ ਕੇ ਹੀ ਸਾਨੂੰ ਸੱਚੀ ਵਡਿਆਈ ਮਿਲੇਗੀ। ਦੁਨੀਆ ਵਿੱਚ ਰਹਿੰਦੇ ਆ ਤੇ ਜਦ ਸਰੀਰ ਛੱਡੋਗੇ ਉਹ ਸੱਚ ਦੇ ਵਿੱਚ ਸਮਾ ਜਾਓਗੇ। ਨਾਨਕ ਨਗਰੀ ਪਾਈ ਹੈ ਗੁਰਮੁਖ ਮੇਲ ਮਿਲਾਓ। ਤਾਂ ਤੇ ਆਓ ਗੁਰੂ ਵਾਲੇ ਬਣੀਏ, ਇਹਨਾਂ ਨਜ਼ਰਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਕਰੀਏ। ਗੁਰੂ ਵਾਲੇ ਬਣੀਏ ਔਰ ਪਰਮੇਸ਼ਰ ਨਾਲ ਲਾ ਕਰਕੇ ਆਪਣਾ ਧਿਆਨ ਅਕਾਲ ਨੂੰ ਸਿਮਰਨਾ। पूजा अकाल की, परचा शब्द का, दीदार खालसे का। गुरमुख बन के मेल मिलाओ, अपनी रूह नूं परमेश्वर विच मिलाउणा करिए, गुरु वाले बणीए। इस ही अज दे पवित्र बचनां दी विचार, अगले शब्द दी विचार आपां कल दे दीवानां विच सरवण करांगे। बोलदिआं नेकां अखर बाध घाट हो जांदे। सिख संगतां ते सतगुरु बख्शण योग है, बख्श लैना जी। समाप्ति करिए। मिलाओ फतेह, पाओ फतेह। वाहिगुरु जी का खालसा, वाहिगुरु जी की फतेह।